लोक परलोक दे राखे, चवर छतर तखत दे मालक, धन धन साहब श्री गुरु ग्रंथ साहब सच्चे पातशाह जी की पावन पवित्र हजूरी च जुड़ बैठी गुरु रूप खालसा साध संगत जी। सब तो पहला फतेह प्रवान करो। वाहिगुरु जी का खालसा, वाहिगुरु जी की फतेह। अज असी सिख पंथ के महान विद्वान पंथ रतन गुरमत विद्या मारतन ज्ञानी संत सिंह जी मस्कीन जी वालों प्रारंभ किए 3 रोज़ा गुरमत समागम के विच हाज़रियां भर रहे हैं। अज दूसरा दिन है। मेरे तो पहला मानयोग सिंह साहब ज्ञानी रणजीत सिंह जी गौहरे मस्कीन, जथेदार तख्त श्री हरमंदर जी पटना साहब आप जी को संबोधन होके गए और उन्होंने अपनी संबोधनी दे विच दस्सिया कि सिख उही वड्डा है जिहड़ा वड्डे सतगुरु नाल जोड़दा है। उही महान सिख है, विद्वान सिख है जिहड़ा गुरु चरणों के नाल संगत नूं जोड़दा है, सिख नूं जोड़दा है। उही माणयोग है, उही सत्कारयोग है जिहड़ा सिख संगत नूं गुरु चरणों नाल जोड़दा है। कोई जान हरस्यों देवै जोर, कोई ऐसा सिख होवे, कोई ऐसा पुरख होवे जिहड़ा गुरु नाल जोड़दा होवे, अकाल पुरख नाल जोड़दा होवे, उन्होंने से जिंदगी भी भेटा कर दी जाए तो थोड़ी है, प्राण भी भेटा कर दिते जान तो थोड़े है। धन गुरु अमरदास जी महाराज के समय एक सिख होए ने भाई पारो जी। उन्होंने एक बार अपने नगर डले तो जांदियां गोइंदवाल साहिब राह दे विच एक पुरख मिलिया। भाई पारो जी की शख्सियत तो बहुत प्रभावित होया। कहन लग्या, पुरख जी तुसी महान ब्रह्म ज्ञानी साधु पुरख लगदे हो, मैनू अपना शिष्य बना लो, चेला बना लो। भाई पारो जी कहन लगे, हो पुरखा मैं आप शिष्य हाँ, आप चेला सिख हाँ। मां सिख कदे सिख नहीं बनाते होंगे, चेले कदे चेले नहीं बनाते होंगे। कहन लग्या, फिर पुरख जी जिदे तुसी चेले हो, जिदे तुसी सिख हो, मैनू उसका चेला बना दिओ, उसका सिख बना दिओ। कहन लगे, हाँ ये मैं कर सकदा। मेरे सतगुरु ने धन गुरु अमरदास जी महाराज, मैं उन्हां वाल ही चलिया, तू मेरे नाल जा सकदा। इसे तरह ही गुरु हरराज साहब सच्चे पातशाह के समय भाई भगतू जी नूं भाई फेरू जी ने कहा, उन्हां दी शख्सियत तो प्रभावित हो के, बाबा जी तुसी महान साधु हो, महान पुरख हो, मैनू अपना चेला बना लो, सिख बना लो। ते बाबा भाई भगतू जी ने भी इहो ही कहा, सिख सिख नहीं बनाते होंगे पुरखा, मैं तो आप सिख हाँ। कहंदा जिहदे तुसी सिख हो, मैनू उहदा सिख बना दो।
ਕਹਿੰਦੇ ਉਹ ਧੰਨ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਚੱਲ ਮੇਰੇ ਨਾਲ। ਤੇ ਬਾਬਾ ਫੇਰੂ ਜੀ ਨੂੰ ਭਾਈ ਭਗਤੂ ਜੀ ਧੰਨ ਗੁਰੂ ਹਰਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਲੈ ਕੇ ਆਏ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ, ਜਿਨ੍ਹਾਂ ਨੂੰ ਗੁਰੂ ਖਾਲਸਾ ਪੰਥ ਨੇ ਪੰਥ ਰਤਨ ਕਹਿ ਕੇ ਸਨਮਾਨਿਆ, ਉਹਨਾਂ ਨੇ ਸਾਰੀ ਜ਼ਿੰਦਗੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦੇ ਆ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਜੋੜਿਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲਾਇਆ ਔਰ ਇਹੋ ਹੀ ਕਿਹਾ ਕਿ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਜਾਓ, ਗੁਰਬਾਣੀ ਤੁਹਾਨੂੰ ਆਪੇ ਕਰਤਾਰ ਨਾਲ ਜੋੜ ਦੇਗੀ, ਮਾਲਕ ਨਾਲ ਜੋੜ ਦੇਗੀ, ਵਾਹਿਗੁਰੂ ਨਾਲ ਜੋੜ ਦੇਗੀ। ਤੁਸੀਂ ਗੁਰੂ ਨਾਲ ਜੁੜ ਜਾਓ, ਗੁਰੂ ਆਪੇ ਪਰਮੇਸ਼ਵਰ ਨਾਲ ਜੋੜ ਦਿੰਦਾ, ਆਪੇ ਪਰਮੇਸ਼ਵਰ ਨਾਲ ਜੋੜ ਦੇਗਾ। ਕੋਈ ਸ਼ੱਕ ਨਹੀਂ ਗੁਰੂ ਪਿਆਰਿਓ। ਪ੍ਰਚਾਰਕ ਉਹੀ ਹੈ ਜਿਹੜਾ ਗੁਰੂ ਨਾਲ ਜੋੜਦਾ ਹੈ, ਤੇ ਗੁਰੂ ਉਹ ਜਿਹੜਾ ਵਾਹਿਗੁਰੂ ਨਾਲ ਜੋੜਦਾ। ਤੇ ਵਾਹਿਗੁਰੂ ਨਾਲ ਜੋੜਨ ਵਾਲਾ ਇਸ ਸੰਸਾਰ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਮੁੱਚੀ ਗੁਰਬਾਣੀ ਇੱਕ ਅਕਾਲ ਪੁਰਖ ਦੀ ਉਹ ਬਾਤ ਪਾਉਂਦੇ ਹੈ, ਇੱਕ ਅਕਾਲ ਪੁਰਖ ਦੀ ਹੀ ਰਮਜ ਸਮਝਾਉਂਦੀ ਹੈ, ਇੱਕ ਅਕਾਲ ਪੁਰਖ ਨਾਲ ਜੁੜਨ ਦਾ ਹੀ ਤਰੀਕਾ ਦੱਸਦੀ ਹੈ, ਇੱਕ ਅਕਾਲ ਪੁਰਖ ਨਾਲ ਹੀ ਸਾਂਝ ਪਵਾਉਂਦੀ ਹੈ। ਇਸੇ ਕਰਕੇ ਬਾਣੀ 'ਚ ਗੁਰੂ ਨੂੰ ਵਿਚੋਲਾ ਕਿਹਾ ਹੈ। ਹਰ ਦਰਗ ਹੈ ਕਾ ਬਸੀਠ। ਗੁਰੂ ਜਿਹੜਾ ਹੈ ਇਹ ਵਿਚੋਲਾ ਹੈ। ਵਿਚੋਲਾ ਜਿਵੇਂ ਵਿਚੋਲਾ ਲੜਕੀ ਲੜਕੇ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ, ਜੋੜਦਾ ਹੈ, ਉਵੇਂ ਗੁਰੂ ਜੀਵ ਤੇ ਵਾਹਿਗੁਰੂ ਦੇ ਵਿਚਕਾਰ ਸੰਬੰਧਾਂ ਨੂੰ ਕਾਇਮ ਕਰਦਾ ਹੈ। ਸੰਬੰਧ ਟੁੱਟੇ ਹੋਏ ਨੇ, ਜੀਵ ਤੇ ਵਾਹਿਗੁਰੂ ਦੇ ਵਿਚਕਾਰ ਜਿਹੜੇ ਸੰਬੰਧ ਹੈ ਨਾ, ਇਹ ਟੁੱਟੇ ਹੋਏ ਨੇ ਔਰ ਇਹਨਾਂ ਨੂੰ ਮੁੜ ਜੋੜਨ ਦਾ ਜਿਹੜਾ ਕਾਰਜ ਹੈ ਉਹ ਗੁਰੂ ਹੀ ਕਰਦਾ ਹੈ। ਕਦੋਂ ਤੋਂ ਟੁੱਟੇ ਨੇ ਪਤਾ ਨਹੀਂ, ਕਦੋਂ ਕਦੇ ਟੁੱਟੇ ਨੇ, ਕਿਉਂ ਟੁੱਟੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕੀਤੇ ਕੰਮਾਂ ਕਰਕੇ, ਕਿਰਤ ਕਰਮ ਕੇ ਵਿਛੜੇ। ਅਸੀਂ ਆਪਣੇ ਕੀਤੇ ਹੋਏ ਕੰਮਾਂ ਕਰਕੇ ਵਿਛੜੇ ਹਾਂ, ਤੇ ਜਿਸ ਵਾਹਿਗੁਰੂ ਤੋਂ ਵਿਛੜੇ ਹਾਂ ਉਹਦੇ ਅੱਗੇ ਸਿਰਫ ਅਰਦਾਸ ਹੀ ਕਰ ਸਕਦੇ ਹਾਂ, ਕਰ ਕਿਰਪਾ ਮਿਲਹੁ ਰਾਮ। ਕੀਤੇ ਕੰਮਾਂ ਕਰਕੇ ਅਸੀਂ ਉਸ ਮਾਲਕ ਤੋਂ ਵਿਛੜੇ। ਅੱਜ ਸੰਸਾਰ ਦੇ ਵਿੱਚ ਜਿਹੜਾ ਅਸੀਂ ਦੇਖਦੇ ਆ ਨਾ, ਬੇਚੈਨੀ ਦਾ ਮਾਹੌਲ, ਹਰ ਬੰਦਾ ਵਿਪਤਾ 'ਚ ਘਿਰਿਆ ਹੈ, ਸੰਕਟ 'ਚ ਘਿਰਿਆ ਹੈ, ਦੁੱਖਾਂ 'ਚ ਘਿਰਿਆ ਹੈ। ਕੋਈ ਕਿਸੇ ਪ੍ਰਕਾਰ ਦੇ ਦੁੱਖਾਂ 'ਚ ਘਿਰਿਆ ਹੈ, ਕੋਈ ਕਿਸੇ ਪ੍ਰਕਾਰ ਦੇ ਵਿਘਨਾਂ 'ਚ ਘਿਰਿਆ ਹੈ, ਕੋਈ ਕਿਸੇ ਪ੍ਰਕਾਰ ਦੇ ਸੰਕਟਾਂ 'ਚ ਘਿਰਿਆ ਹੈ। ਇਹਦਾ ਕਾਰਨ ਹੈ, ਜਿਵੇਂ ਮਹਾਤਮਾ ਬੁੱਧ ਨੇ ਕਿਹਾ ਨਾ ਕਿ ਸੰਸਾਰ ਦੁੱਖਾਂ ਦਾ ਘਰ ਹੈ ਤੇ ਦੁੱਖਾਂ ਦਾ ਕਾਰਨ ਹੈ। ਤੁਸੀਂ ਕਾਰਨ ਨੂੰ ਦੂਰ ਕਰੋ, ਦੁੱਖ ਆਪਣੇ ਆਪ ਦੂਰ ਹੋ ਜਾਏਗਾ। ਇਹ ਜਿਹੜੇ ਸੰਸਾਰ ਦੇ ਵਿੱਚ ਮੁਸ਼ਕਲ ਨੇ, ਵਿਘਨ ਹੈ, ਦੁੱਖ ਹੈ, ਤਕਲੀਫਾਂ ਨੇ, ਇਹਨਾਂ ਦਾ ਵੀ ਕਾਰਨ ਹੈ। ਕੀ ਕਾਰਨ ਹੈ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਾਰਨ ਇਹੋ ਹੀ ਹੈ ਕਿ ਅਸੀਂ ਆਪਣੇ ਮੂਲ ਨਾਲੋਂ ਟੁੱਟ ਪਏ, ਆਪਣੀ ਜੜ ਨਾਲੋਂ ਟੁੱਟ ਗਏ। ਆਪਣੇ ਮੂਲ ਨਾਲੋਂ ਟੁੱਟਣਾ, ਆਪਣੀ ਜੜ ਨਾਲੋਂ ਟੁੱਟਣਾ ਹੀ ਦੁੱਖਾਂ ਦਾ ਕਾਰਨ ਹੈ। ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵਾਹਿਗੁਰੂ ਨਾਲੋਂ ਭੁੱਲਣ ਸਦਕਾ ਹੀ ਸਾਨੂੰ ਰੋਗ ਲੱਗੇ ਨੇ, ਦੁੱਖ ਤਕਲੀਫਾਂ ਨੇ, ਕਲੇਸ਼ ਨੇ, ਵਿਘਨ ਹੈ, ਸੰਕਟ ਹੈ। ਤੇ ਉਹਦੇ ਨਾਲ ਜੁੜਨਾ ਦੁੱਖਾਂ ਦਾ ਅੰਤ ਹੈ, ਕਲੇਸ਼ਾਂ ਦਾ ਅੰਤ ਹੈ, ਫਿਕਰਾਂ ਦਾ ਅੰਤ ਹੈ। ਤੇ ਜੋੜਦੇ
सतगुरु ने, जोड़ दी गुरबाणी है। तो ये समागम ਜਿਹੜੇ महान विद्वान ज्ञानी संत सिंह जी मस्कीन जी ने प्रारंभ किए, 61वां समागम असीं कर रहे हैं। इन्हां दा भी मकसद जिहड़ा इहो ही सी कि संगत हाज़र होवे, कीर्तन दे राही, कथा वखियान दे राही गुरु नाल जुड़न दी इच्छा संगत दे अंदर प्रबल होवे, पैदा होवे। ते जे पैदा होई है तो होर तीबर होवे, होर प्रबल होवे। और ये भी एक बहुत बड़ी सेवा है साध संगत। जैसे सत मंदिर कंचन के ओसार दीने, तैसा पुन सिख को एक शब्द सिखाएगा, भाई गुरदास जी ने कहा। सच असी उस महान रब्बी रंग दे विच रंगी हुई रूह नूं भी याद कर रहे हैं इन्हां समागमां वल्लों जो उन्होंने शुरुआत की थी। जिथे आप सारी संगत का धन्नवाद। मंच के उत्ते बहुत सत्कार शख्सियत बैठिया ने। मानयोग सिंह साहिब ज्ञानी जोगिंदर सिंह जी वेदांती साहब जी आए हैं, उन्होंने नाल भाई धर्म सिंह जी जो सचखंड श्री हरमंदर साहिब जी विखे अरदासीए की सेवा निभा चुके हैं, वो भी हाज़र ने। सन्मानयोग सत्कारयोग प्रचारक साहिबान, कथावाचक साहिबान, रागी साहिबान बैठे ने। आप सारी संगत के सहित मस्कीन जी के परिवार का, उन्होंने सपुत्रां का सरदार अमरजीत सिंह जी, बाकी भुपिंदर सिंह जी, जिहड़े आप सारी संगत के सहयोग सदका हर साल ही आयोजन करते हैं इन्हां गुरमत समागमां नूं। वाहिगुरू अगे अरदास इस परिवार नूं होर बल बख्शे, होर हिम्मत बख्शे, ताकत बख्शे, तंदुरुस्ती बख्शे, गुरु चरणों का प्यार बख्शे। बहुत बहुत धन्यवाद। वाहिगुरू जी का खालसा, वाहिगुरू जी की